ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸ਼ੁਰੂ ਕਰਨ ਲੱਗਿਆਂ ਅੱਜ ਕਹਾਣੀ ਦਾ ਦੂਜਾ ਭਾਗ। ਜੀ ਤਾਂ ਕਰਦਾ ਕਿ ਭਰਾ ਨੂੰ ਕੁਝ ਆਖਾਂ, ਪਰ ਚੁੱਪ ਰਹੀ। ਜੇਰਾ ਹੀ ਨਹੀਂ ਪਿਆ। ਮੇਰੇ ਅੰਦਰਲੇ ਮਨ ਵਿੱਚ ਤਾਂਘ ਵੀ ਸੀ ਕਿ ਭਰਾ ਮੈਨੂੰ ਉਸ ਖੂਹ ਖਾਤੇ ਵਿੱਚੋਂ ਕੱਢ ਲਵੇ। ਨਾ ਉਸਨੇ ਹੱਥ ਵਧਾਇਆ ਤੇ ਨਾ ਮੈਂ ਉਸ ਵੱਲ ਕਦਮ ਵਧਾ ਸਕੀ। ਮੇਰੀ ਮਾਂ ਵੀ ਗੁਆਂਢ ਵਿੱਚ ਹੀ ਰਹਿੰਦੀ ਸੀ। ਉਹ ਨਿੱਤ ਦਿਨ ਮੈਨੂੰ ਨਸੀਹਤਾਂ ਦਿੰਦੀ ਰਹਿੰਦੀ ਕਿ ਤੂੰ ਡਾਈਵੋਰਸ ਲੈ ਲਾ, ਪਰ ਉਹ ਮੈਨੂੰ ਕੋਈ ਰਾਹ ਨਹੀਂ ਸੀ ਦਿਖਾਲਦੀ। ਮੈਂ ਸੋਚਦੀ ਇੰਜ ਕਿਵੇਂ ਉੱਠ ਕੇ ਔਜੜੇ ਰਾਹਾਂ 'ਤੇ ਤੁਰ ਪਵਾਂ। ਜੇਕਰ ਉਹਦੀ ਗੱਲ ਮੰਨ ਕੇ ਮੈਂ ਘਰ ਛੱਡ ਵੀ ਦਿੰਦੀ ਤਾਂ ਅੱਗੇ ਮੈਨੂੰ ਕਿਸ ਨੇ ਸੰਭਾਲਣਾ ਸੀ। ਕਾਵਾਂ ਦੇ ਠੁੰਗੇ ਵਾਧੂ ਦੇ ਵੱਜਣੇ ਸਨ। ਮਾਂ ਵੀ ਇਸ ਬਾਰੇ ਕੁਝ ਨਾ ਦੱਸਦੀ ਕਿ ਮੈਂ ਕਿੱਥੇ ਠਹਿਰਨਾ ਹੈ। ਸ਼ੈਲਟਰ ਵਿੱਚ ਧੀ ਦੇ ਨਾਲ ਮੈਂ ਜਾਣਾ ਨਹੀਂ ਸੀ ਚਾਹੁੰਦੀ ਤੇ ਹੁਣ ਹਰਦੇਵ ਵਾਂਗ ਮੇਰੀ ਮਾਂ ਵੀ ਨੀਤੀ ਦੇ ਫੈਸਲਿਆਂ ਤੋਂ ਖੁਸ਼ ਨਹੀਂ ਸੀ। ਉਸ ਦੇ ਘਰ ਵੱਲ ਮੈਂ ਕਿਵੇਂ ਮੂੰਹ ਕਰ ਸਕਦੀ ਸੀ। ਅੱਜ ਮੈਨੂੰ ਆਪਣੀ ਸਕੀ ਮਾਂ ਚੇਤੇ ਆ ਗਈ। ਉਸ ਦਾ ਤਾਂ ਮੈਂ ਚਿਹਰਾ ਵੀ ਨਹੀਂ ਸੀ ਤੱਕਿਆ। ਇਹ ਤਾਂ ਮਾਸੀ ਸੀ ਜਿਹੜੀ ਮੇਰੇ ਪਿਓ ਨੇ ਮੇਰੀ ਤੇ ਮੇਰੇ ਵੱਡੇ ਭਰਾਵਾਂ ਦੀ ਦੇਖਭਾਲ ਲਈ ਵਿਆਹ ਕੇ ਲਿਆਂਦੀ ਸੀ। ਮੰਨ ਲਿਆ ਕਿ ਉਹਨੇ ਆਪਣੇ ਬੱਚਿਆਂ ਵਿੱਚ ਤੇ ਸਾਡੇ ਭੈਣ ਭਰਾਵਾਂ ਵਿੱਚ ਕਦੇ ਫਰਕ ਨਹੀਂ ਸੀ ਕੀਤਾ, ਪਰ ਇੱਕ ਤਰੇੜ ਹਮੇਸ਼ਾ ਚੁਭਦੀ ਰਹਿੰਦੀ ਸੀ। ਮੇਰੇ ਬਾਪ ਨੇ ਤਾਂ ਮੈਨੂੰ ਵੈਸੇ ਹੀ ਮਤਰੇਆਂ ਵਾਲਾ ਵਿਵਹਾਰ ਕੀਤਾ ਸੀ। ਮੇਰੇ ਜੰਮਣ 'ਤੇ ਮੇਰੀ ਮਾਂ ਜੋ ਮਰ ਗਈ ਸੀ, ਕਿਹੜੇ ਮਾਣ ਤਾਣ ਨਾਲ ਮੈਂ ਉਸ ਘਰ ਵੱਲ ਮੂੰਹ ਕਰਦੀ। ਡਾਈਵੋਰਸ ਦੀ ਗੱਲ ਸੋਚਦੀ ਤੇ ਕਿਹੋ ਹੋ ਸਕਦਾ ਹੈ ਕਿ ਮੇਰੀ ਮਾਂ ਸਹੀ ਆਖਦੀ ਹੋਵੇ, ਪਰ ਜਦੋਂ ਘਰ ਅੰਦਰ ਬੰਦੇ ਨੂੰ ਇੰਨਾ ਡਰਾ ਧਮਕਾ ਕੇ ਰੱਖਿਆ ਜਾਂਦਾ ਹੋਵੇ, ਉਹ ਕੋਈ ਕਦਮ ਕਿਵੇਂ ਚੁੱਕੇ, ਕਿਸ ਤਰ੍ਹਾਂ ਹਿੰਮਤ ਕਰੇ। ਡਰ ਬੰਦੇ ਨੂੰ ਆਪਣੇ ਆਪ ਵਿੱਚ ਸਮੇਟ ਲੈਂਦਾ ਹੈ। ਡਰ ਤਾਂ ਅਜਿਹਾ ਦਿਓ ਹੈ ਜੋ ਦਿਖਾਈ ਨਹੀਂ ਦਿੰਦਾ, ਪਰ ਬੰਦਾ ਹਰ ਕਦਮ ਫੂਕ ਫੂਕ ਕੇ ਧਰਦਾ। ਨੀਤੀ ਦਾ ਗੋਬਲਾ ਜਿਹਾ ਚਿਹਰਾ ਮੇਰੇ ਮਨ ਦੀ ਸਲੇਟ ਉੱਤੇ ਉਕਰਿਆ ਰਹਿੰਦਾ। ਨੀਤੀ ਦੇ ਭਲੇ ਲਈ ਮੈਂ ਹਰ ਦੁੱਖ ਝੱਲੀ ਜਾਂਦੀ। ਸੋਚਦੀ ਆਪਣੇ ਘਰ ਵਿੱਚ ਅਕਸਰ ਕੁੜੀ ਸੁਰੱਖਿਅਤ ਆ। ਭਾਵੇਂ ਪਿਓ ਦੀਆਂ ਝਿੜਕਾਂ ਦਾ ਅਸਰ ਨੀਤੀ ਨੂੰ ਮਾਨਸਿਕ ਤੌਰ 'ਤੇ ਖੋਰਾ ਲਾ ਰਿਹਾ ਸੀ, ਪਰ ਹਰਦੇਵ ਨੇ ਨੀਤੀ ਉੱਤੇ ਕਦੇ ਹੱਥ ਨਹੀਂ ਸੀ ਚੁੱਕਿਆ। ਰਾਤ ਦਾ ਹਨੇਰਾ ਪਸਰ ਰਿਹਾ ਸੀ। ਮੈਂ ਕੁੜੀ ਦਾ ਹੱਥ ਫੜ ਕੇ ਉੱਥੋਂ ਤੁਰ ਪਈ। ਤੁਰਿਆਂ ਜਾਂਦਿਆਂ ਮਨ ਦੇ ਕਿਸੇ ਕੋਨੇ ਵਿੱਚ ਕੀਰਤੀ ਉੱਭਰ ਆਈ। ਕੀਰਤੀ ਮੇਰੀ ਜਮਾਤਣ। ਉਸ ਨੂੰ ਮੇਰੇ ਨਾਲ ਹਮੇਸ਼ਾ ਗਿਲਾ ਰਹਿੰਦਾ ਸੀ ਕਿ ਮੈਂ ਕਦੇ ਉਹਦੇ ਘਰ ਨਹੀਂ ਆਉਂਦੀ, ਨਾ ਫੋਨ ਕਰਦੀ ਹਾਂ। ਕੀ ਦੱਸਦੀ ਮੈਂ ਉਸ ਨੂੰ। ਵਰਿਆਂ ਵੱਧੀ ਚੁੱਪ ਦੀ ਚਾਦਰ ਮੈਂ ਆਪਣੇ ਦੁਆਲੇ ਵਿਛਾ ਰੱਖੀ ਸੀ। ਮੈਨੂੰ ਮੇਰੇ ਘਰ ਦੇ ਹਾਲਾਤ ਦੀ ਸ਼ਰਮਿੰਦਗੀ ਵੀ ਸੀ ਤੇ ਅੱਜ ਹੋਰ ਕੋਈ ਚਾਰਾ ਨਾ ਦਿਸਦਾ ਹੋਣ ਕਰਕੇ ਮੈਂ ਉਸ ਚਾਦਰ ਵਿੱਚੋਂ ਹੱਥ ਕੱਢ ਕੇ ਕੀਰਤੀ ਨੂੰ ਫੋਨ ਕਰ ਦਿੱਤਾ। ਉਹ ਮੇਰੇ ਘਰ ਤੋਂ ਅੱਧੇ ਕੁ ਘੰਟੇ ਦੀ ਵਿੱਥ ਉੱਤੇ ਰਹਿੰਦੀ ਸੀ। ਉਸ ਨੂੰ ਮੈਂ ਮਾੜਾ ਮੋਟਾ ਜਿਹਾ ਦੱਸ ਵੀ ਦਿੱਤਾ। ਕੀਰਤੀ ਮੇਰੇ ਨਾਲ ਨੀਤੀ ਵੀ ਹੈ। ਅੱਜ ਮੈਂ ਘਰੋਂ ਬੇਘਰ ਹੋ ਗਈ ਹਾਂ। ਕੀ ਤੂੰ ਮੇਰੀ ਮਦਦ ਕਰ ਸਕੇਂਗੀ? ਵੈਸੇ ਕੀਰਤੀ ਨੂੰ ਮੇਰੇ ਘਰ ਦੇ ਹਾਲਾਤ ਬਾਰੇ ਥੋੜ੍ਹਾ ਘਣਾ ਪਤਾ ਵੀ ਸੀ। ਕੀਰਤੀ ਇੱਕ ਵਾਰੀ ਮੈਨੂੰ ਮਿਲਣ ਆਈ ਸੀ। ਮੈਨੂੰ ਮਹਿਸੂਸ ਹੋਇਆ ਕਿ ਕੀਰਤੀ ਨੂੰ ਮੇਰੇ ਘਰ ਦੀ ਹਵਾ ਰਾਸ ਨਹੀਂ ਸੀ ਆਈ। ਉਸ ਨੇ ਮੁੜ ਕੇ ਕਦੇ ਮੇਰੀ ਦਹਿਲੀਜ਼ ਦੇ ਅੰਦਰ ਕਦਮ ਨਹੀਂ ਸੀ ਰੱਖਿਆ। ਉਹ ਅਕਸਰ ਮੈਨੂੰ ਫੋਨ ਕਰਦੀ ਤੇ ਮੈਨੂੰ ਮੇਰੇ ਘਰ ਦੇ ਹਾਲਾਤ ਸੁਧਾਰਨ ਬਾਰੇ ਸਿੱਖਿਆ ਦਿੰਦੀ ਰਹਿੰਦੀ। ਮੈਂ ਸੋਚਦੀ ਕਿ ਸਿੱਖਿਆ ਦੇਣੀ ਸੌਖੀ ਆ, ਪਰ ਉਸ ਹਾਲਾਤ ਵਿੱਚੋਂ ਗੁਜ਼ਰਨਾ ਹੋਰ ਗੱਲ ਆ। ਮੇਰੀ ਗੱਲ ਸੁਣ ਕੇ ਕੀਰਤੀ ਤਾਂ ਪਹਿਲਾਂ ਚੁੱਪ ਹੋ ਗਈ। ਉਹਦੀ ਚੁੱਪ ਸੁਣ ਕੇ ਮੈਂ ਵੀ ਦਹਿਲ ਗਈ, ਪਰ ਮਿੰਟ ਕੁ ਬਾਅਦ ਉਹ ਬੋਲੀ, ਮੈਂ ਬਿੰਦਰ ਨੂੰ ਪੁੱਛ ਲਿਆ, ਤੂੰ ਬਸ ਆ ਜਾ। ਜੇਕਰ ਆਉਣ ਦੀ ਕੋਈ ਸੁਵਿਧਾ ਨਹੀਂ ਤਾਂ ਮੈਂ ਬਿੰਦਰ ਨੂੰ ਭੇਜ ਦਿੰਦੀ ਹਾਂ, ਉਹ ਤੈਨੂੰ ਲੈ ਜਾਵੇਗਾ। ਨਹੀਂ ਐਸੀ ਕੋਈ ਗੱਲ ਨਹੀਂ, ਅਸੀਂ ਆ ਜਾਵਾਂਗੀਆਂ। ਤੇਰਾ ਘਰ ਅਸੀਂ ਲੱਭ ਲਵਾਂਗੇ। ਕੀਰਤੀ ਨੂੰ ਫੋਨ ਕਰਕੇ ਮੇਰੇ ਮਨ ਨੂੰ ਧੀਰਜ ਜਿਹਾ ਆ ਗਿਆ। ਸੋਚਿਆ ਇਸ ਨੀਲੇ ਅੰਬਰ ਹੇਠਾਂ ਕੋਈ ਤਾਂ ਹੈ ਜਿਸ ਦੀ ਮਦਦ ਲੈ ਸਕਦੀ ਹਾਂ। ਅੱਜ ਦੀ ਰਾਤ ਲਈ ਠਾਰ ਵੀ ਬਣ ਗਈ। ਸੋਚਿਆ ਕੱਲ੍ਹ ਪਰਸੋਂ ਤੋਂ ਕੋਈ ਉਪਰਾਲਾ ਕਰ ਲਵਾਂਗੀ। ਇਹ ਕਦਮ ਚੁੱਕਿਆ ਤਾਂ ਕੁਝ ਤਾਂ ਕਰਨਾ ਹੀ ਪਵੇਗਾ। ਮੈਂ ਕਈ ਵਾਰ ਸ਼ੈਲਟਰ ਵਿੱਚ ਜਾਣ ਬਾਰੇ ਸੋਚਿਆ, ਪਰ ਮੇਰਾ ਜਿਵੇਂ ਜੇਰਾ ਨਹੀਂ ਸੀ ਪਿਆ। ਇੱਕ ਵੇਰ ਹਰਦੇਵ ਨੇ ਮੇਰਾ ਜਿਸਮ ਨੀਲਾ ਕਰ ਦਿੱਤਾ ਸੀ। ਗੱਲ ਕੁਝ ਵੀ ਨਹੀਂ ਸੀ। ਮੇਰਾ ਚਿੱਤ ਠੀਕ ਨਹੀਂ ਸੀ। ਮੈਂ ਹਰਦੇਵ ਦਾ ਖਾਣਾ ਬਣਾ ਕੇ ਬੈੱਡ ਉੱਤੇ ਪੈ ਗਈ। ਹਰਦੇਵ ਰਾਤ ਨੂੰ ਘਰ ਲੇਟ ਆਇਆ ਤੇ ਨਾਲ ਦੂਰ ਨੇੜੇ ਦੇ ਰਿਸ਼ਤੇਦਾਰੀ ਵਿੱਚੋਂ ਫੁੱਫੜ ਵੀ ਸੀ। ਮੇਰੀ ਪਹਿਲੀ ਹੀ ਅੱਖ ਲੱਗੀ ਹੋਈ ਸੀ ਜਦੋਂ ਹਰਦੇਵ ਨੇ ਮੈਨੂੰ ਜਗਾਇਆ ਤੇ ਕਹਿਣ ਲੱਗਿਆ, ਫੁੱਫੜ ਆਇਆ, ਉੱਠ ਕੇ ਰੋਟੀ ਬਣਾ ਦੇ। ਮੈਂ ਉੱਠ ਤਾਂ ਖੜੀ ਹੋਈ, ਪਰ ਮੈਨੂੰ ਚੇਤਾ ਆਇਆ ਕਿ ਫੁੱਫੜ ਤਾਂ ਮੀਟ ਨਹੀਂ ਖਾਂਦਾ।
ਮੈਂ ਹਰਦੇਵ ਨੂੰ ਦੱਸਿਆ ਕਿ ਘਰ ਵਿੱਚ ਕੋਈ ਦਾਲ ਭਾਜੀ ਨਹੀਂ ਬਣੀ ਹੋਈ ਤੇ ਫੁੱਫੜ ਜੀ ਮੀਟ ਨਹੀਂ ਖਾਂਦੇ। ਵੈਸੇ ਵੀ ਫੁੱਫੜ ਜੀ ਨਾਲ ਦੀ ਸਟਰੀਟ ਵਿੱਚ ਹੀ ਤਾਂ ਰਹਿੰਦੇ ਨੇ। ਹਰਦੇਵ ਨੇ ਹਰ ਵਾਰ ਵਾਂਗ ਗਾਲਾਂ ਦੀ ਬੌਛਾਰ ਸ਼ੁਰੂ ਕਰ ਦਿੱਤੀ ਤੇ ਕਹਿਣ ਲੱਗਾ, ਹਰਾਮਦੀਏ, ਤੈਨੂੰ ਹਰ ਵੇਲੇ ਕੋਈ ਨਾ ਕੋਈ ਬਹਾਨਾ ਚਾਹੀਦਾ। ਡੁੱਚਰਾ ਨਾ ਕਰ, ਉੱਠ ਕੇ ਕੁਝ ਬਣਾ ਲੈ। ਮੈਂ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦਾਲ ਸਬਜ਼ੀ ਬਣਦੀ ਨੂੰ ਕੁਝ ਸਮਾਂ ਲੱਗੇਗਾ, ਮੇਰਾ ਚਿੱਤ ਠੀਕ ਨਹੀਂ। ਪਰ ਹਰਦੇਵ ਨੇ ਬੀਅਰ ਡੱਫੀ ਹੋਈ ਸੀ, ਆਫਰਿਆ ਹੋਇਆ ਬਸ ਵਰ ਪਿਆ ਮੇਰੇ ਤੇ ਮੇਰੇ ਦੀ ਠਿੱਪ ਠਿੱਪ ਠੋਕੀ ਗਿਆ। ਦੂਜੇ ਦਿਨ ਮੈਂ ਟੈਲੀਵਿਜ਼ਨ 'ਤੇ ਦੇਖੀ ਐਡਵਰਟਾਈਜ਼ਮੈਂਟ ਤੋਂ ਨੰਬਰ ਲੈ ਕੇ ਕਾਉਂਸਲਰ ਨੂੰ ਫੋਨ ਕੀਤਾ। ਉਹ ਮੈਨੂੰ ਕਹਿਣ ਲੱਗਾ ਕਿ ਮੈਂ ਛੇਤੀ ਪੁਲਿਸ ਘਰ ਭੇਜ ਦਿੰਦਾ ਹਾਂ, ਉਹ ਤੁਹਾਨੂੰ ਇੱਥੋਂ ਕੱਢ ਕੇ ਸ਼ੈਲਟਰ ਵਿੱਚ ਲੈ ਜਾਣਗੇ। ਉੱਥੇ ਤੁਸੀਂ 6 ਕੁ ਹਫ਼ਤੇ ਰਹੋ ਤੇ ਅੱਗੇ ਤੋਂ ਆਪਣੇ ਰਹਿਣ ਦਾ ਇੰਤਜ਼ਾਮ ਕਰ ਸਕਦੇ ਹੋ। ਤੁਹਾਨੂੰ ਸਰਕਾਰੀ ਇਮਦਾਦ ਵੀ ਮਿਲ ਜਾਵੇਗੀ। ਤੁਹਾਡੇ ਆਦਮੀ ਨੂੰ ਜਦੋਂ ਪੁਲਿਸ ਫੜ ਕੇ ਲੈ ਜਾਵੇਗੀ ਤਾਂ ਦੇਖਿਓ ਇਸ ਨੂੰ ਸੁਰਤ ਆ ਜਾਣੀ। ਮੈਨੂੰ ਇਹ ਕੋਈ ਹੱਲ ਨਾ ਮਹਿਸੂਸ ਹੋਇਆ। ਇਹ ਤਾਂ ਘਰ ਜੋੜਨ ਨਾਲੋਂ ਤੋੜਨ ਦੀ ਗੱਲ ਵੱਧ ਸੀ। ਮੇਰੀ ਸਹੇਲੀ ਕ੍ਰਿਸਟੀਨਾ, ਜਿਸ ਨਾਲ ਮੈਂ ਕੰਮ ਕਰਦੀ ਸੀ, ਕਹਿਣ ਲੱਗੀ, ਸੋਚ ਲੈ ਚਰਨੀ, ਤੂੰ ਹਰਦੇਵ ਨੂੰ ਜੇਲ੍ਹ ਭੇਜਣਾ ਚਾਹੁੰਦੀ ਆ। ਵਾਈਫ ਬੈਟਰਿੰਗ ਇੱਕ ਜੁਰਮ ਹੈ, ਇਹਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਆ। ਸ਼ਾਇਦ ਇਹੋ ਮੇਰੀ ਕਮਜ਼ੋਰੀ ਆ। ਜੇਕਰ ਮੈਂ ਕੋਈ ਕਦਮ ਚੁੱਕਿਆ ਤਾਂ ਆਪਣਾ ਪਰਿਵਾਰ ਹੀ ਮੇਰੇ ਖਿਲਾਫ ਖੜਾ ਹੋ ਜਾਵੇਗਾ। ਹਰਦੇਵ ਭਾਵੇਂ ਕੁਝ ਵੀ ਕਰਦਾ ਰਹੇ, ਕੋਈ ਉਸ ਨੂੰ ਕੁਝ ਨਹੀਂ ਕਹਿੰਦਾ ਕੁੰਦਾ। ਮੈਂ ਨਿਰਾਸ਼ ਹੁੰਦੀ ਨੇ ਕਿਹਾ, ਗੋਲੀ ਮਾਰ ਸਭ ਨੂੰ। ਸਟਾਪ ਵੇਅਰਿੰਗ ਅਬਾਊਟ ਅਦਰਸ, ਲੈਟ ਹਿਮ ਸਫਰ ਟੂ। ਉਸ ਨੂੰ ਵੀ ਪਤਾ ਲੱਗੇ ਕਿ ਕੀਤੀ ਦਾ ਕੀ ਫਲ ਹੁੰਦਾ। ਕੈਸਟਰੀਨਾ ਨੇ ਮੂੰਹ ਨੂੰ ਵਟਾ ਜਿਹਾ ਦਿੰਦੇ ਹੋਏ ਆਖਿਆ। ਕ੍ਰਿਸਟੀਨਾ ਦੀ ਗੱਲ ਸੁਣ ਕੇ ਮੈਂ ਪਰੇ ਨੂੰ ਚਲੀ ਗਈ, ਦੁਚਿੱਤੀ ਵਿੱਚ ਉਲਝੀ ਜਿਹੀ। ਉਸ ਵੇਲੇ ਕਿਸੇ ਵੀ ਦੀ ਵੀ ਆਖੀ ਦਾ ਗੱਲ ਮੇਰੇ ਉੱਤੇ ਕੋਈ ਅਸਰ ਨਹੀਂ ਸੀ ਹੋ ਰਿਹਾ। ਮੇਰਾ ਅੰਦਰ ਨਾ ਵਿੱਚ ਜਵਾਬ ਦਿੰਦਾ ਰਿਹਾ। ਪਰ ਅੱਜ ਸ਼ਾਇਦ ਇਹ ਹਿੰਮਤ ਮੇਰੀ ਧੀ ਨੇ ਮੇਰੇ ਅੰਦਰ ਪਾਈ ਸੀ। ਮੇਰੀ ਧੀ ਆਪਣੇ ਪਿਓ ਦੇ ਮੂਹਰੇ ਡਟ ਕੇ ਖੜੀ ਹੋ ਗਈ ਸੀ, ਉਸ ਲਈ ਚੁਣੌਤੀ ਬਣ ਕੇ। ਬਚਪਨ ਵਿੱਚ ਹੀ ਨੀਤੀ ਨੇ ਡਰਦਿਆਂ ਡਰਦਿਆਂ ਕੱਟਿਆ ਸੀ। ਪਿਓ ਦੇ ਕੋਲ ਬੈਠਣ ਨੂੰ ਵੀ ਤਰਸੀ ਸੀ ਉਹ। ਘਰ ਅੰਦਰ ਉੱਠਦੇ ਤੂਫਾਨ ਵੇਲੇ ਨੀਤੀ ਦਰਵਾਜ਼ੇ ਦੇ ਓਹਲੇ ਖੜੋ ਕੇ ਸੁਣਿਆ ਕਰਦੀ। ਹਰਦੇਵ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਜ ਰਹੇ ਸੀ, ਤੇਰੀ ਧੀ ਦੇ ਲੱਛਣ ਤੇਰੇ ਵਰਗੇ ਹੀ ਆ। ਜੁੱਤੀ ਦੇ ਜ਼ੋਰ 'ਤੇ ਚੱਲੂ ਇਹ ਵੀ, ਗੋਰਿਆਂ ਨਾਲ ਤੁਰੀ ਫਿਰਦੀ ਆ। ਕੰਜਰੀ ਬਣੂ ਕਿਸੇ ਦਿਨ, ਬਿਠਾਲਣਗੇ ਇਹਨੂੰ ਬਾਜ਼ਾਰ ਵਿੱਚ। ਹਰਦੇਵ ਦੇ ਬੋਲਾਂ ਨਾਲ ਮੇਰਾ ਸਿਰ ਭੌਂ ਰਿਹਾ ਸੀ। ਉਸ ਵੇਲੇ ਮੇਰਾ ਜੀਅ ਕੀਤਾ ਕਿ ਕੁਹਾੜੀ ਹੱਥ ਵਿੱਚ ਹੋਵੇ ਤਾਂ ਇਸ ਦਾ ਸਿਰ ਕਲਮ ਕਰ ਦੇਵਾਂ, ਪਰ ਮੈਂ ਹਮੇਸ਼ਾ ਦੀ ਤਰ੍ਹਾਂ ਕੰਬੀ ਜਾ ਰਹੀ ਸੀ। ਮੇਰੇ ਅੰਦਰਲਾ ਡਰ ਆਖ ਰਿਹਾ ਸੀ ਕਿ ਜੇ ਚੁੱਪ ਰਹੇਂਗੀ ਤਾਂ ਹਰਦੇਵ ਨੂੰ ਹੋਰ ਗੁੱਸਾ ਨਹੀਂ ਆਵੇਗਾ। ਤਦੇ ਮੇਰੇ ਕੰਨਾਂ ਵਿੱਚ ਨੀਤੀ ਦੇ ਬੋਲ ਪਏ, ਸ਼ਟ ਅਪ ਯੂ ਸਨ ਆਫ ਅ ਬਿਚ, ਆਈ ਕੈਨ ਨਾਟ ਟੇਕ ਯੂਅਰ ਬਲੱਡੀ ਨੌਨਸੈਂਸ। ਯੂ ਆਰ ਅ ਸਟੂਪਿਡ ਮੈਨ ਐਂਡ ਐਨ ਅਬਿਊਟ ਪਰਸਨ। ਤੂੰ ਸ਼ੁਕਰ ਕਰ ਮੌਮ ਨੇ ਤੇਰੇ 'ਤੇ ਕਦੀ ਪੁਲਿਸ ਨਹੀਂ ਸੱਦੀ। ਬਟ ਆਈ ਐਮ ਨਾਟ ਮੌਮ, ਸੋ ਬੀ ਕੇਅਰਫੁਲ ਵਾਟ ਯੂ ਸੇ ਟੂ ਮੀ। ਇੱਕ ਹੋਰ ਫਿਲਥੀ ਵਰਡ, ਮੈਂ ਪੁਲਿਸ ਨੂੰ ਫੋਨ ਕਰ ਦਿਆਂਗੀ। ਹਰਦੇਵ ਲਾਲ ਹੋਇਆ ਪਿਆ ਸੀ, ਗੁੱਸੇ ਨਾਲ ਮੂੰਹ ਵਿੱਚ ਲਾਲਾਂ ਵਗ ਰਹੀਆਂ ਸੀ। ਉਹ ਨੀਤੀ ਦੇ ਥੱਪੜ ਮਾਰਨ ਵਧਿਆ। ਇਹ ਦੇਖਦਿਆਂ ਮੈਂ ਵੀ ਅੱਗੇ ਵਧੀ, ਨੀਤੀ ਦੇ ਮੂਹਰੇ ਆ ਕੇ ਖੜ ਗਈ। ਹਰਦੇਵ ਦੇ ਗੁੱਸੇ ਵਿੱਚ ਉੱਠਿਆ ਥੱਪੜ ਮੇਰੇ ਉੱਤੇ ਕਾੜ ਕਰਦਾ ਆਣ ਵੱਜਾ। ਮੇਰਾ ਸਿਰ ਚਕਰਾ ਗਿਆ, ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗੇ। ਮੈਨੂੰ ਜਿਵੇਂ ਭੁਆਂਕੜੀ ਜਿਹੀ ਆ ਗਈ, ਪਰ ਮੈਂ ਸੰਭਲੀ। ਸ਼ਾਇਦ ਹਰਦੇਵ ਨੀਤੀ ਲਈ ਜੋ ਬੋਲ ਰਿਹਾ ਸੀ, ਉਸ ਨੇ ਮੇਰੇ ਅੰਦਰਲੀ ਮਾਂ ਨੂੰ ਜਗਾ ਦਿੱਤਾ ਸੀ। ਮੇਰੇ ਮਨ ਵਿੱਚ ਰੋਹ ਭਰ ਗਿਆ ਸੀ। ਹਰਦੇਵ ਦੀਆਂ ਬਥੇਰੀਆਂ ਝੱਲ ਲਈਆਂ, ਪਰ ਅੱਜ ਉਹ ਮੇਰੀ ਧੀ ਬਾਰੇ ਇੰਨਾ ਗੰਦਾ ਸੋਚਦਾ ਸੀ। ਇਹ ਸੁਣ ਕੇ ਮੇਰੇ ਵਿੱਚ ਪਤਾ ਨਹੀਂ ਕਿੱਥੋਂ ਹਿੰਮਤ ਆ ਗਈ। ਮੈਂ ਸੰਭਲਦਿਆਂ ਹੀ ਮੋੜਵਾਂ ਥੱਪੜ ਹਰਦੇਵ ਦੇ ਕੱਢ ਮਾਰਿਆ। ਮੇਰਾ ਹੱਥ ਆਪ ਮੁਹਾਰੇ ਉੱਠ ਗਿਆ ਸੀ, ਬਿਨਾਂ ਸੋਚਿਆਂ ਬਿਨਾਂ ਸਮਝਿਆਂ। ਸ਼ਾਇਦ ਵਰ੍ਹਿਆਂ ਵਧੀ ਰੋਹ ਮੇਰੇ ਅੰਦਰ ਜੰਗਾਲ ਕਰ ਬੈਠਿਆ ਹੋਵੇ। ਉਹ ਰੋਹ ਨੇ ਆਪਣੇ ਆਪ ਬਾਹਰ ਨਿਕਲਣ ਦਾ ਰਾਹ ਬਣਾ ਲਿਆ ਸੀ। ਉਹਦੇ ਥੱਪੜ ਜੜ ਕੇ ਜਿਵੇਂ ਮੇਰੀ ਭੜਾਸ ਨਿਕਲੀ। ਮੇਰਾ ਮੂੰਹ ਭਖਿਆ ਪਿਆ ਸੀ ਤੇ ਅੱਖਾਂ 'ਚੋਂ ਪਾਣੀ ਵਹਿ ਰਿਹਾ ਸੀ। ਅੰਦਰੋਂ ਮੈਂ ਡਰ ਵੀ ਰਹੀ ਸੀ ਕਿ ਹੁਣ ਕੀ ਹੋਵੇਗਾ, ਕਿਹੜੇ ਕਹਿਰ ਦਾ ਮੈਨੂੰ ਤੇ ਮਾਂ ਧੀ ਨੂੰ ਸਾਹਮਣਾ ਕਰਨਾ ਪਵੇਗਾ। ਥੱਪੜ ਖਾ ਕੇ ਹਰਦੇਵ ਨੂੰ ਸਮਝ ਨਾ ਆਵੇ ਕਿ ਕੀ ਬਣਿਆ। ਮੈਂ ਵੀ ਕਦੇ ਉਸ ਦੇ ਅੱਗੇ ਡਟ ਕੇ ਖਲੋ ਸਕਦੀ ਹਾਂ। ਉਸ ਨੇ ਕਦੇ ਕਿਆਸਿਆ ਵੀ ਨਹੀਂ ਹੋਣਾ। ਉਸ ਦੀਆਂ ਅੱਖਾਂ ਗੁੱਸੇ ਨਾਲ ਅੱਡੀਆਂ ਰਹਿ ਗਈਆਂ ਤੇ ਉਹ ਮਸਾਂ ਡਿੱਗਦਾ ਡਿੱਗਦਾ ਬਚਿਆ। ਮੈਂ ਹਰਦੇਵ ਦੇ ਥੱਪੜਾਂ ਦੀ ਮਾਰ ਬਥੇਰੀ ਵਾਰ ਖਾਧੀ ਸੀ, ਪਰ ਕੁਸਕੀ ਤੱਕ ਨਹੀਂ। ਘਰ ਨੂੰ ਬੰਨੀ ਰੱਖਣ ਵਾਸਤੇ ਮੈਂ ਤਸੱਦਦ ਝੱਲਦੀ ਰਹੀ। ਸੋਚਦੀ ਸੀ ਕਿ ਆਖਰ ਨੀਤੀ ਹਰਦੇਵ ਦੀ ਆਪਣੀ ਧੀ ਆ, ਬਾਹਰ ਕਿਸੇ ਦੀ ਕੀ ਲੱਗੀ। ਇਸੇ ਸੋਚ ਨੇ ਮੈਨੂੰ ਦਹਿਲੀਜ਼ ਦੇ ਬਾਹਰ
ਪੈਰ ਪਾਉਣ ਤੋਂ ਰੋਕੀ ਰੱਖਿਆ ਸੀ। ਨੀਤੀ ਨੇ ਬਲਦੀ 'ਤੇ ਤੇਲ ਪਾਇਆ। ਬੋਲੀ, ਤੂੰ ਇਹੀ ਡਿਜ਼ਰਵ ਕਰਦਾ ਡੈਡ। ਤੇ ਫਿਰ ਮੈਨੂੰ ਸੰਬੋਧਿਤ ਕਰਦੇ ਬੋਲੀ, ਮੋਮ, ਇਹ ਤੁਹਾਨੂੰ 20 ਸਾਲ ਪਹਿਲਾਂ ਕਰਨਾ ਚਾਹੀਦਾ ਸੀ। ਹੀ ਇਜ਼ ਨਥਿੰਗ, ਵਾਟ ਐਨ ਇਡੀਅਟ। ਨੀਤੀ ਦੀਆਂ ਗੁੱਸੇ ਨਾਲ ਨਾਸਾਂ ਫੁੱਲੀਆਂ ਹੋਈਆਂ ਸੀ, ਚਿਹਰਾ ਤਣਿਆ ਹੋਇਆ ਸੀ। ਧੀ ਦੇ ਮੂੰਹੋਂ ਆਪਣੇ ਬਾਪ ਲਈ ਬੁਰੇ ਸ਼ਬਦ ਸੁਣ ਕੇ ਮੈਨੂੰ ਚੰਗਾ ਨਹੀਂ ਸੀ ਲੱਗਾ, ਪਰ ਹਰਦੇਵ ਦੀਆਂ ਆਦਤਾਂ ਤੋਂ ਜਾਣੂ ਹੋਣ ਕਾਰਨ ਮੈਂ ਕੁੜੀ ਨੂੰ ਕੁਝ ਨਾ ਕਿਹਾ। ਸੋਚਿਆ ਬਾਅਦ ਵਿੱਚ ਸਮਝਾ ਲਵਾਂਗੀ। ਹਰਦੇਵ ਦੀ ਹਉਮੈ ਨੂੰ ਐਸੀ ਸੱਟ ਵੱਜੀ ਕਿ ਉਹ ਤਿਲਮਿਲਾ ਉੱਠਿਆ। ਭਲਾ ਉਹ ਮੈਨੂੰ ਐਵੇਂ ਕਿਸ ਤਰ੍ਹਾਂ ਜਾਣ ਦਿੰਦਾ? ਉਸ ਦੇ ਡੋਲੇ ਬਾਹਰ ਨਿਕਲੇ ਹੋਏ ਸੀ, ਰੋਹ ਨਾਲ ਮੂੰਹ ਨਾਲ ਲਾਲ ਹੋਇਆ ਪਿਆ ਸੀ। ਉਹਨੇ ਕਦਮ ਵਧਾ ਕੇ ਕੁੜੀ ਦੀ ਬਾਂਹ ਫੜੀ ਤੇ ਘਸੀਟਦਾ ਹੋਇਆ ਬਾਹਰ ਦਰ ਕੋਲ ਲੈ ਗਿਆ। ਮੈਂ ਦੂਜੇ ਬੰਨਿਓਂ ਨੀਤੀ ਦੀ ਬਾਂਹ ਫੜੀ ਤੇ ਅੰਦਰ ਵੱਲ ਖਿੱਚਣ ਲੱਗੀ। ਹਰਦੇਵ ਨੇ ਨੀਤੀ ਨੂੰ ਜ਼ੋਰ ਦੇ ਧੱਕਾ ਮਾਰਿਆ। ਨੀਤੀ ਹੀ ਨਹੀਂ, ਮੈਂ ਵੀ ਉਹਦੇ ਨਾਲ ਹੀ ਕਦਮ ਅੱਗੇ ਜਾ ਡਿੱਗੀ। ਮੈਂ ਫਿਰ ਸੰਭਲ ਗਈ। ਨੀਤੀ ਦੇ ਮਗਰ ਜਾ ਕੇ ਮੈਂ ਉਸ ਨੂੰ ਫੜ ਲਿਆ। ਉਹਦਾ ਸਿਰ ਕੰਧ ਵਿੱਚ ਵੱਜਣੋਂ ਬਚ ਗਿਆ। ਮੈਂ ਉਸ ਨੂੰ ਸਾਂਭਿਆ, ਹਿੱਕ ਨਾਲ ਲਾਇਆ। ਰੋਹ ਕੁੜੀ ਦੀਆਂ ਅੱਖਾਂ ਵਿੱਚ ਉਬਲ ਰਿਹਾ ਸੀ। ਉਹ ਸਾਹੋਂ ਸਾਹ ਹੋਈ ਪਈ ਸੀ। ਉਸ ਵੇਲੇ ਮੈਨੂੰ ਆਪਣਾ ਚੇਤਾ ਭੁੱਲ ਗਿਆ ਸੀ। ਮੇਰੇ ਮਨ ਵਿੱਚ ਸਿਰਫ ਨੀਤੀ ਰਹਿ ਗਈ ਸੀ। ਸੋਚਿਆ ਕਿ ਜੇਕਰ ਅੱਜ ਮੈਂ ਨੀਤੀ ਦੇ ਨਾਲ ਨਾ ਖੜੀ ਹੋਈ ਤਾਂ ਅਸੀਂ ਦੋਨੋਂ ਮਾਵਾਂ ਧੀਆਂ ਸਦਾ ਵਾਸਤੇ ਇਸ ਜਿੰਨ ਦੀ ਕੈਦ ਵਿੱਚ ਕੈਦ ਹੋ ਜਾਵਾਂਗੀਆਂ। ਮੈਨੂੰ ਲੱਗਦਾ ਕਿ ਜਿਵੇਂ ਵਰ੍ਹਿਆਂ ਬਾਅਦ ਜਮ੍ਹਾਂ ਹੋਈ ਤੂਫਾਨ ਮੇਰੇ ਅੰਦਰੋਂ ਉੱਠ ਖਲੋਇਆ ਹੋਵੇ। ਮੈਂ ਵੀ ਜੋ ਮੂੰਹ ਆਇਆ ਉਸ ਨੂੰ ਆਖ ਸੁਣਾਇਆ। ਉਹ ਇੱਕ ਲਫ਼ਜ਼ ਬੋਲਦਾ, ਮੈਂ ਉਹਦਾ ਉੱਤਰ ਉਸੇ ਦੀ ਬੋਲੀ ਵਿੱਚ ਦਿੰਦੀ ਰਹੀ। ਉਹ ਥੱਪੜ ਮਾਰਨ ਵਾਤਾ ਤਾਂ ਮੈਂ ਵੀ ਲੋਹੀ ਲਾ ਕੇ ਉਸ ਨੂੰ ਅੱਖਾਂ ਦਿਖਾਲਦੀ। ਸਾਡੇ ਘਰ ਰੌਲਾ ਪਿਆ ਦੇਖ ਕੇ ਸ਼ੋਰ ਬਾਹਰ ਤੱਕ ਪਹੁੰਚ ਰਿਹਾ ਸੀ। ਮੇਰੇ ਗੁਆਂਢੀਆਂ ਨੇ ਆਪਣੇ ਦਰ ਖੋਲ੍ਹ ਕੇ ਸਾਨੂੰ ਤੱਕਿਆ ਤੇ ਸੁਣਿਆ। ਅਸੀਂ ਉਹਨਾਂ ਦੇ ਪਰਛਾਵੇਂ ਸ਼ੀਸ਼ੇ ਦੇ ਦਰਵਾਜ਼ੇ ਵਿੱਚ ਦੇਖ ਰਹੇ ਸੀ। ਜਦੋਂ ਉਹਨਾਂ ਨੇ ਦੇਖਿਆ ਸਾਡੇ ਘਰ ਲੜਾਈ ਚੱਲ ਰਹੀ ਹੈ ਤਾਂ ਉਹਨਾਂ ਨੇ ਆਪਣੇ ਦਰ ਬੰਦ ਕਰ ਲਏ। ਉਹ ਕਦੇ ਕਦਾਈ ਸ਼ੀਸ਼ੇ ਵਿੱਚੋਂ ਝਾਤੀ ਮਾਰ ਲੈਂਦੇ, ਕੰਧਾਂ ਵਿਚਲੀ ਕਣਸੋਇਆਂ ਲੈ ਲੈਂਦੇ। ਆਖਰ ਹਰਦੇਵ ਨੇ ਗੱਲ ਮੁਕਾਈ, ਹਰਾਮਜ਼ਾਦੀਏ, ਇਸ ਥੱਪੜ ਦੀ ਸਜ਼ਾ ਤਾਂ ਤੈਨੂੰ ਮਿਲ ਕੇ ਰਹੂ। ਜੇ ਛਿੱਟ ਨੂੰ ਅੰਦਰ ਵਾੜਿਆ ਤਾਂ ਮੇਤੋਂ ਬੁਰਾ ਕੋਈ ਨਹੀਂ। ਤੇਰੀਆਂ ਤੇ ਇਹਦੀਆਂ ਟੰਗਾਂ ਵੱਢ ਦਿਊਂਗਾ। ਜਿੱਥੇ ਮੈਂ ਰਹੂੰ ਉੱਥੇ ਮੇਰੀ ਧੀ ਰਹੂ। ਰੋਕ ਕੇ ਦਿਖਾ। ਮੈਂ ਬਹੁਤ ਹੋ ਗਿਆ, ਬਹੁਤ ਝੱਲ ਲਿਆ ਮੈਂ, ਬਸ ਹੋਰ ਨਹੀਂ। ਮੈਂ ਵੀ ਬਜਿੱਦ ਖੜੀ ਸੀ। ਮੇਰਾ ਵਿਦਰੋਹ ਸ਼ਾਂਤ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ। ਜ਼ਿੰਦਗੀ ਦੇ 20 ਵਰ੍ਹੇ ਮੈਂ ਵਕਤ ਭੋਰ ਭੋਰ ਕੇ ਕੱਟੇ ਸੀ। ਮੈਂ ਸੋਚਿਆ ਕਰਦੀ ਸੀ ਕਿ ਸ਼ਾਇਦ ਹਰ ਕੁੜੀ ਨੂੰ ਉਹਦਾ ਘਰ ਵਾਲਾ ਇਸੇ ਤਰ੍ਹਾਂ ਡਰਾਉਂਦਾ ਧਮਕਾਉਂਦਾ ਹੋਵੇਗਾ। ਮੈਂ ਉਮਰ ਦੇ ਵਰ੍ਹੇ ਉਡੀਕ ਵਿੱਚ ਗੁਜ਼ਾਰੇ ਕਿ ਕੱਲ੍ਹ ਨੂੰ ਹਰਦੇਵ ਸਮਝ ਜਾਵੇਗਾ, ਪਰ ਨਹੀਂ, ਉਸ ਨੇ ਕਦੀ ਆਪਣਾ ਦਿਮਾਗ ਤਾਂ ਵਰਤਿਆ ਹੀ ਨਹੀਂ। ਪਹਿਲਾਂ ਉਹ ਆਪਣੇ ਮਾਂ-ਬਾਪ ਦੇ ਕਹਿਣੇ ਵਿੱਚ ਸੀ, ਫਿਰ ਭਰਾ ਭਰਜਾਈ ਦੇ ਕਹਿਣੇ ਵਿੱਚ। ਉਸ ਦੇ ਦਿਮਾਗ ਵਿੱਚ ਗੱਲ ਨੇ ਘਰ ਕੀਤਾ ਹੋਇਆ ਸੀ ਕਿ ਆਪਣੇ ਘਰ ਵਾਲੀ ਨੂੰ ਹਮੇਸ਼ਾ ਡਰਾ ਧਮਕਾ ਕੇ ਰੱਖਣਾ ਚਾਹੀਦਾ, ਨਹੀਂ ਤਾਂ ਤੀਵੀਆਂ ਘਰ ਪੱਟ ਦਿੰਦੀਆਂ ਨੇ। ਉਹਦੀ ਮੰਮੀ ਇਹ ਗੱਲ ਅਕਸਰ ਮੇਰੇ ਸਾਹਮਣੇ ਹੀ ਆਖ ਦਿਆ ਕਰਦੀ। ਉਸ ਵੇਲੇ ਹਰਦੇਵ ਤੇ ਉਸ ਦੀ ਮਾਂ ਇਹ ਭੁੱਲ ਜਾਂਦੇ ਸੀ ਕਿ ਹਰਦੇਵ ਦੀ ਮਾਂ ਵੀ ਇੱਕ ਔਰਤ ਆ। ਹਰਦੇਵ ਸਿੱਧਾ ਬੰਦਾ ਸੀ, ਲਾਈ ਲੱਗ ਸੀ। ਮੇਰੇ ਲਈ ਤੇ ਮੇਰੀ ਧੀ ਲਈ ਉਸ ਵਿੱਚ ਸਾਰੇ ਔਗਣ ਸੀ, ਪਰ ਆਪਣੇ ਘਰਦਿਆਂ ਵਾਸਤੇ ਸਾਰੇ ਗੁਣ ਸੀ। ਉਹ ਬੀਬੇ ਪੁੱਤ ਵਾਂਗ ਪੂਰੀ ਦੀ ਪੂਰੀ ਤਨਖਾਹ ਲਿਆ ਕੇ ਆਪਣੇ ਮਾਂ ਦੇ ਹੱਥ 'ਤੇ ਧਰਦਾ। ਭਰਾ ਭਰਜਾਈਆਂ ਦੇ ਨਿਆਣੇ ਉੱਤੇ ਲੋੜੇ ਦਾ ਵੱਧ ਖਰਚ ਕਰਦਾ, ਪਰ ਆਪਣੇ ਟੱਬਰ ਦਾ ਖਿਆਲ ਰੱਖਣ ਵੇਲੇ ਉਹ ਮਾਂ ਤੇ ਪਿਓ ਦੇ ਕਹਿਣੇ ਲੱਗਦਾ। ਭਰਾ ਭਰਜਾਈ ਦੇ ਬੱਚੇ ਹਰਦੇਵ ਦੇ ਸਿਰੇ ਪਲਦੇ ਸੀ। ਪਹਿਲ ਤਾਂ ਮੈਂ ਇਹਨਾਂ ਗੱਲਾਂ ਵੱਲ ਧਿਆਨ ਨਾ ਦਿੱਤਾ, ਪਰ ਜਦੋਂ ਮੈਂ ਕੁਝ ਕਹਿਣ ਦੀ ਜੁਰਅਤ ਕੀਤੀ ਤਾਂ ਕਾੜ ਦਾ ਥੱਪੜ ਮੇਰੇ ਮੂੰਹ 'ਤੇ ਆਣ ਵੱਜਦਾ। ਇਹ ਮੇਰੇ ਜਿਸਮ 'ਤੇ ਹਰਦੇਵ ਦਾ ਪਹਿਲਾ ਵਾਰ ਸੀ। ਲੈ ਕੇ ਹਾਜ਼ਰ ਹੋਵਾਂਗੀ ਜੀ ਇਸ ਕਹਾਣੀ ਦਾ ਅਗਲਾ ਭਾਗ ਕੱਲ੍ਹ ਨੂੰ 4 ਵਜੇ। ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ। ਕਹਾਣੀ ਨੂੰ ਪੂਰਾ ਸੁਣਨ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਜੀ। ਧੰਨਵਾਦ।